ਜਿੰਦਾ ਕੌਮ ਸਹਿੰਦੀਆਂ ਨਾ ਮੁਸ਼ਕਿਲਾਂ ਦੇ ਪਾਰ ਨੂੰ ਹਾਰਦਾ ਏ ਉਹ ਜਿਹੜਾ ਹੌਸਲਾ ਨਾ ਹਾਰਿਆ ਚੁੰਮ ਰਹਿ ਜ਼ਾਲਮਾਂ ਦੀ ਚੁੰਮ ਰਹਿ ਜ਼ਾਲਮਾਂ ਦੀ ਤਿੱਖੀ ਤਲਵਾਰ ਨੂੰ ਜਿੰਦਾ ਕੌਮ ਸਹਿੰਦੀਆਂ ਨੇ ਮੁਸ਼ਕਿਲਾਂ ਦੇ ਪਾਰ ਨੂੰ ਆਪ ਬਿਰਦ ਬਾਣੇ ਦੀ ਵਾਰ ਗਿਆ ਸਾਡੇ ਉੱਤੋਂ ਵਾਰ ਗਿਆ ਸਾਡੇ ਉੱਤੋਂ ਜਿਹੜਾ ਪਰਿਵਾਰ ਨੂੰ ਜਿੰਦਾ ਕੌਮ ਸਹਿੰਦੀਆਂ ਨੇ ਮੁਸ਼ਕਿਲਾਂ ਦੇ ਪਾਰ ਨੂੰ ਨਿਸ਼ਾਨੇ ਹੈਨ ਠੁਕਦੇ ਨਿਰਸ਼ਲ ਪੁਲਾਵੀ ਨਾ ਤੂੰ ਨਿਰਸ਼ਲ ਪੁਲਾਵੀ ਨਾ ਤੂੰ ਪੰਥ ਦੇ ਪਿਆਰ ਨੂੰ ਠੰਡਾ ਕੌਮ ਸਹਿੰਦੀਆਂ ਨੇ ਮੁਸ਼ਕਿਲਾਂ ਦੇ ਪਾਰ ਨੂੰ ਹਾਰਦਾ ਏ ਉਹ ਜਿਹੜਾ ਹਾਰਦਾ ਏ ਉਹ ਜਿਹੜਾ ਮੰਨ ਲੈਂਦਾ ਹਾਰ ਨੂੰ ਮੁਸ਼ਕਿਲਾਂ ਦੇ ਪਾਰ ਨੂੰ ਹਾਰਦਾ ਏ ਉਹ ਜਿਹੜਾ ਜੁਗ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਪ੍ਰਤੱਖ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠੀ ਸਤਿਕਾਰਯੋਗ ਗੁਰੂ ਕੀ ਸੰਗਤ ਅਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਘਰਾਂ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਟੈਲੀਵਿਜ਼ਨ ਦੇ ਸਾਧਨ ਰਾਹੀਂ ਗੁਰੂ ਦਰਬਾਰ ਦੇ ਨਾਲ ਸੁਰਤ ਜੋੜ ਕੇ ਬੈਠੀਆਂ ਸਮੂਹ ਗੁਰੂ ਕੀਆਂ ਸੰਗਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰੀ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕੀਤੀ ਹੈ, ਕਲਯੁਗ ਦੇ ਭਿਆਨਕ ਸਮੇਂ ਦੀ ਮਾਰ ਤੋਂ ਬਚਾ ਕੇ ਆਪਣੀ ਗੋਦੀ ਵਿੱਚ ਥਾਂ ਬਖਸ਼ਿਸ਼ ਕੀਤਾ ਹੈ ਤੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਉਹ ਵੇਲਾ ਅੰਮ੍ਰਿਤ ਵੇਲਾ ਬਣ ਜਾਂਦਾ ਹੈ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਦੁਆਰੇ ਆ ਜਾਏ ਤੇ ਗੁਰੂ ਦੁਆਰੇ ਆ ਕੇ ਇੱਕ ਅਰਦਾਸ ਕਰ ਦੇਵੇ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਭਾਵੇਂ ਕਿ ਕਈ ਵਾਰੀ ਇਹ ਸਾਨੂੰ ਝੂਠ ਜਿਹਾ ਹੀ ਲੱਗਦਾ ਹੈ,
ਹੁਣ ਇਹ ਆਖੋਗੇ ਬੋਲਦਾ ਗੁਰਬਾਣੀ ਹੈ, ਕਹਿੰਦਾ ਇੱਕ ਝੂਠ ਹੈ। ਜੇਕਰ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਵੇਖ ਲਈਏ ਨਾ ਤੇ ਸਾਡੇ ਜ਼ੁਬਾਨ ਚੋਂ ਨਿਕਲਿਆ ਹੋਇਆ ਇਹ ਸਤਿਗੁਰੂ ਜੀ ਦਾ ਦੋਹਰਾ ਸਾਨੂੰ ਝੂਠ ਨਜ਼ਰ ਆਵੇਗਾ। ਇਹਦੇ ਨਾਲ ਇਨਸਾਫ ਨਹੀਂ ਕੀਤਾ ਅਸੀਂ। ਜਦੋਂ ਆਖਦੇ ਨਾ ਸਗਲ ਦੁਆਰ ਕੋ ਛਾੜ ਕੇ, ਆਪਣੇ ਮਨ ਅੰਦਰ ਝਾਤੀ ਇਹ ਮਾਰ ਕੇ ਵੇਖ ਲੈਣੀ ਆ ਵੀ ਦੁਆਰਾ ਛੱਡਿਆ ਕਿਹੜਾ ਹੈ, ਕਿਹੜਾ ਦੁਆਰ ਹੈ ਜਿਹੜਾ ਛੱਡ ਕੇ ਫੇਰ ਅਸੀਂ ਗੁਰੂ ਦੇ ਦੁਆਰ ਤੇ ਆਏ ਆ। ਜੇਕਰ ਅਸੀਂ ਦੁਆਰ ਕੋਈ ਛੱਡਿਆ ਹੀ ਨਹੀਂ, ਨਾ ਠੇਕਾ ਛੱਡਿਆ, ਨਾ ਸਿਲਮਾ ਛੱਡਿਆ, ਨਾ ਬਿਊਟੀ ਪਾਰਲਰ ਨਾਈ ਦੀਆਂ ਦੁਕਾਨਾਂ ਛੱਡੀਆਂ, ਨਾ ਕੋਈ ਦੰਬੀਆਂ ਪਖੰਡੀਆਂ ਦਾ ਡੇਰਾ ਛੱਡਿਆ, ਨਾ ਧੂਣੀ ਵਾਲੇ ਬਾਬੇ ਦਾ, ਫੂਕਾਂ ਵਾਲੇ ਜੰਤਰਾਂ ਮੰਤਰਾਂ ਦਾ, ਮੁੰਦਰੀਆਂ 'ਚ ਨੱਗ ਪਾਉਣ ਦਾ, ਧਾਗੇ ਤਵੀਤਾਂ ਵਾਲਾ ਕੋਈ ਦਰ ਛੱਡਿਆ ਹੈ, ਫੇਰ ਤੇ ਸੱਚੇ ਹੋ ਜਾਾਂਗੇ ਨਾ ਸਗਲ ਦੁਆਰ ਕੋ ਛੱਡ ਕੇ। ਤੇ ਜੇਕਰ ਕੋਈ ਦਰ ਛੱਡਿਆ ਨਹੀਂ ਤੇ ਫੇਰ ਤੇ ਜ਼ੁਬਾਨ 'ਚ ਝੂਠ ਹੀ ਕਹਿ ਰਹੇ, ਸੱਚ ਤਾਂ ਨਹੀਂ ਨਾ ਕਹਿ ਰਹੇ। ਤੇ ਗੁਰੂ ਅੰਦਰ ਦੀ ਬਾਤ ਜਾਣਦਾ ਹੈ। ਜਿਸ ਦਿਨ ਇਹ ਅਸੀਂ ਵਾਕਿਆ ਹੀ ਇਹਦੇ ਉੱਪਰ ਪ੍ਰੈਕਟੀਕਲ ਕਰਕੇ ਪਹਿਰਾ ਦੇ ਦਿੱਤਾ ਨਾ, ਫਿਰ ਅਸੀਂ ਅੰਦਰੋਂ ਸੱਚੇ ਤਾਂ ਹੋਵਾਂਗੇ। ਤੇ ਜਦੋਂ ਅਸੀਂ ਵਾਕਿਆ ਹੀ ਸੱਚੇ ਹੋ ਗਏ ਨਾ, ਵਾਕਿਆ ਹੀ ਸਾਰੇ ਦੁਆਰੇ ਛੱਡ ਦਿੱਤੇ, ਫਿਰ ਆਣ ਕੇ ਆਖਿਆ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਜਦੋਂ ਇੰਨੀ ਗੱਲ ਕਹਿ ਦਿੱਤੀ ਨਾ, ਮਾਲਕਾ ਸਾਰੇ ਦੁਆਰ ਛੱਡ ਕੇ ਤੇਰੇ ਦੁਆਰ ਤੇ ਆ ਗਏ, ਫਿਰ ਮੇਰੇ ਮਾਲਕ ਨੇ ਸਾਡੀ ਬਾਹ ਫੜ ਲੈਣੀ ਹੈ। ਬਾਹੇ ਗਹੇ ਕੀ ਲਾਜ ਅਸ। ਜਦੋਂ ਅਸੀਂ ਕਹਿੰਦੇ ਸਤਿਗੁਰੂ ਸਾਡੀ ਬਾਹ ਫੜ ਲਵੋ, ਤੇ ਬਾਹ ਫੜੀ ਦੀ ਸ਼ਰਮ ਰੱਖ ਲਿਓ, ਲਾਜ ਰੱਖ ਲਿਓ। ਜਦੋਂ ਅਸੀਂ ਕਿਸੇ ਵੀ ਵਿਦਵਾਨ ਨੂੰ, ਵਡੇਰੇ ਨੂੰ, ਬਾਪ ਨੂੰ, ਮਾਂ ਨੂੰ, ਭੈਣ ਨੂੰ ਜਾਂ ਪੁੱਤ ਨੂੰ ਇਹ ਗੱਲ ਕਹਿੰਦੇ ਆ ਕਿ ਮੇਰੀ ਸ਼ਰਮ ਰੱਖ ਲਈ, ਕੁਝ ਗੱਲ ਕਰਦੇ ਆ ਤਾਂ ਉਸ ਨੂੰ ਦਾਵਾ ਕਰਦੇ ਆ, ਗੱਲ ਕਹਿਣ ਜੋਗੇ ਹੁੰਨੇ ਆ ਵੀ ਤੂੰ ਸ਼ਰਮ ਰੱਖ ਲਈ ਵੀ ਮੇਰੀ। ਤੇ ਜੇਕਰ ਗੁਰੂ ਨੂੰ ਅਸੀਂ ਬਾਹ ਫੜਾਈ ਨਹੀਂ ਤੇ ਗੁਰੂ ਨੂੰ ਸਾਡੀ ਸ਼ਰਮ ਕਾਹਦੀ? ਕਿਉਂ ਆਖਾਂਗੇ ਗੁਰੂ ਨੂੰ ਵੀ ਤੂੰ ਸਾਡੀ ਸ਼ਰਮ ਰੱਖ ਲੈ? ਤੇ ਜੇ ਕਹਾਂਗੇ ਗੁਰੂ ਤੂੰ ਸਾਡੀ ਸ਼ਰਮ ਰੱਖ, ਫਿਰ ਗੁਰੂ ਆਖੇਗਾ ਮੈਨੂੰ ਤੇਰੀ ਕਾਹਦੀ ਸ਼ਰਮ ਹੈ? ਤੂੰ ਮੇਰਾ ਲੱਗਦਾ ਕੀ ਹੈ ਜਿਹੜੀ ਮੈਨੂੰ ਤੇਰੀ ਕੋਈ ਰਿਸ਼ਤੇ ਦੀ ਸ਼ਰਮ ਹੋਵੇ? ਇਸ ਨੂੰ ਸਮਝਣ ਦਾ ਯਤਨ ਕਰਿਓ। ਬੇਨਤੀ ਹੋ ਸਕਦਾ ਕਿ ਤੁਹਾਨੂੰ ਥੋੜੀ ਜਿਹੀ ਕੌੜੀ ਕੌੜੀ ਲੱਗੇ, ਪਰ ਹੈ ਸੱਚਾਈ ਹੈ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਮੈਂ ਤੇਰਾ ਦਾਸ ਹਾਂ, ਮੇਰੀ ਬਾਹ ਫੜੀ ਦੀ ਲਾਜ ਰੱਖ ਲਿਓ। ਅਸੀਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ, ਇਹ ਉਹ ਸ਼ਬਦ ਨੇ ਜਿਹੜੇ ਤੁਹਾਨੂੰ ਜ਼ੁਬਾਨੀ ਕੰਠ ਹੈ। ਇਹ ਕੰਠ ਹੈ ਨਾ, ਇੱਕ ਵਾਰੀ ਕਿਰਪਾ ਕਰਿਓ ਸਾਰੇ ਘਰਾਂ ਵਿੱਚ ਬੈਠੀ ਗੁਰੂ ਕੀ ਸੰਗਤ ਤੇ ਗੁਰੂ ਦਰਬਾਰ ਵਿੱਚ ਵੀ ਕਰੋ ਕਿਰਪਾ, ਆਖਿਓ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਂ। ਇੱਕ ਹੋਰ ਸ਼ਬਦ ਉਹ ਵੀ ਯਾਦ ਹੈ ਤੁਹਾਨੂੰ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਹੈ, ਰੋਜ਼ਾਨਾ ਪੜ੍ਹਦੇ ਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸ਼ਰਮ। ਤੇ ਸ਼ਰਮ ਉਹਦੀ ਰੱਖੂਗਾ ਨਾ ਗੁਰੂ ਜਿਹੜਾ ਉਹਦੀ ਸ਼ਰਨ ਵਿੱਚ ਆਇਆ ਏ। ਐਸਾ ਨਹੀਂ ਵੀ ਘਰਾਂ ਵਿੱਚ ਬੈਠੇ ਆ ਤੇ ਉਹ ਸ਼ਰਨ ਵਿੱਚ ਨਹੀਂ। ਸ਼ਰਨ ਗੁਰੂ ਦੀ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਮੰਨ ਲਵੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਿਹੜਾ ਮੰਨ ਲਵੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਗੁਰੂ ਤੇ ਹਮੇਸ਼ਾ ਹੀ ਅੰਗ ਸੰਗ ਹੈ। ਉਹਦੀ ਸ਼ਰਨ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਰਹਿਣਾ। ਤੇ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਨਾ, ਗੁਰੂ ਉਹਦੀ ਸ਼ਰਮ ਰੱਖਦਾ ਤੇ ਦਾਵਾ ਵੀ ਉਹ ਕਰ ਸਕਦਾ ਹੈ। ਮੈਂ ਮਜਬੂਨ ਆਰੰਭ ਕਰਨਾ, ਇਸ ਕਰਕੇ ਮੇਰੀ ਇੰਨੀ ਬੇਨਤੀ ਪ੍ਰਵਾਨ ਕਰਕੇ ਇੱਕ ਵਾਰੀ ਇਹਨਾਂ ਤੁਕਾਂ ਨੂੰ ਸਮਝ ਕੇ ਕਮਾਉਣ ਦਾ ਯਤਨ ਕਰਕੇ ਵੇਖਿਓ ਤੇ ਆਖਿਓ ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ। ਮਾਲਕਾ ਤੇਰੀ ਸ਼ਰਨ ਪੈ ਗਏ ਆ, ਸ਼ਰਨ ਪਿਆਂ ਦੀ ਲਾਜ ਰੱਖ ਲੈ। ਤੇ ਜਦੋਂ ਮਾਲਕ ਲਾਜ ਰੱਖਦੇ ਨੇ, ਤੇ ਜਦੋਂ ਮਾਲਕ ਨੇ ਸਾਡੀ ਲਾਜ ਰੱਖ ਲਈ ਤੇ ਫਿਰ ਸਾਨੂੰ ਪਰਵਾਹ ਕੋਈ ਨਹੀਂ, ਕਿਉਂਕਿ ਮਤ ਪੱਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸੋ ਮੈਂ ਆਪ ਜੀ ਦੇ ਨਾਲ ਮਜ਼ਮੂਨ ਸਾਂਝਾ ਕਰਨ ਦਾ ਯਤਨ ਕਰਾਂ, ਤਵੱਜੋ ਬਣਾਉਂਦੇ ਹੋਏ ਇਕਾਗਰਤਾ ਦੇ ਸਹਿਤ ਰਸਨਾ ਪਵਿੱਤਰ ਕਰਦੇ ਚੜ੍ਹਦੀ ਕਲਾ ਵਿੱਚ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 18ਵੀਂ ਸਦੀ ਦਾ ਉਹ ਮਹਾਨ ਇਤਿਹਾਸ ਆਪ ਜੀ ਦੇ ਸਨਮੁਖ ਸਾਂਝਾ ਕਰ ਰਹੇ ਸਨ। ਇੱਥੋਂ ਤੱਕ ਪਰਸੋਂ ਦੇ ਦੀਵਾਨ ਵਿੱਚ ਬਾਤ ਪਹੁੰਚੀ ਸੀ, ਇਤਿਹਾਸ ਲੜੀ ਉਹ ਚੱਲ ਰਹੀ ਹੈ ਸਨ 1740 ਈਸਵੀ ਦੀ ਗਾਥਾ।
ਇਹ ਉਸ ਵਕਤ ਦੀ ਗਾਥਾ ਹੈ 1740 18ਵੀਂ ਸਦੀ, ਉਹ ਮਹਾਨ ਇਤਿਹਾਸ ਸਿਰਜਿਆ ਗਿਆ। ਉਹਦੇ ਵਿੱਚ ਬਹੁਤ ਵੱਡਾ ਭਾਰਾ ਜ਼ਿਕਰ ਇਸ ਗੱਲ ਦਾ। ਮੈਨੂੰ ਕਹਿਣ ਲੱਗਿਆ ਕੋਈ ਇਸ ਗੱਲ ਦੀ ਹਿਚਕ ਨਹੀਂ, ਕੋਈ ਸੰਕੋਚ ਨਹੀਂ। ਜੇਕਰ ਉਸ ਵਕਤ ਇਹ ਬਾਣੀ ਦੀ ਤੁਕ ਸੱਚ ਹੈ, ਅੱਜ ਵੀ ਸੱਚ ਹੈ, ਸ਼ਾਇਦ ਇਹ ਰਹਿੰਦੀ ਦੁਨੀਆ ਤੱਕ ਇਹ ਤੁਕ ਸੱਚ ਰਹੇਗੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸਮਾਂ ਵੇਖਿਆ ਤੇ ਲਿਖ ਦਿੱਤਾ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਆ ਮੁਰਦੇ ਤੁਰੇ ਫਿਰਦੇ ਨੇ, ਅੰਦਰ ਜਿਉਣ ਦੀ ਕੋਈ ਚਾਹਤ ਹੈ ਨਹੀਂ। ਇਹ ਅੰਦਰੋਂ ਜਿਉਂਦੇ ਨਹੀਂ, ਮਰੇ ਹੋਏ ਨੇ, ਜਿਨ੍ਹਾਂ ਨੂੰ ਕਹਿੰਦੇ ਅੰਦਰੋਂ ਮਰਿਆ ਹੋਇਆ। ਤੇ ਪਰਜਾ ਅੰਧੀ ਆ, ਤੇ ਜਿਹਨੂੰ ਗਿਆਨ ਹੈ ਨਹੀਂ ਉਹਨੂੰ ਅੰਨਾ ਹੀ ਆਖਿਆ ਜਾਂਦਾ ਹੈ। ਹਉ ਭਾਲ ਵੀ ਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ, ਰਾਹ ਤੇ ਦੀਦਾ ਕੋਈ ਨਹੀਂ, ਰਾਹ ਨਜ਼ਰ ਕੋਈ ਨਹੀਂ ਆ ਰਿਹਾ। ਹੁਣ ਸਾਨੂੰ ਆ ਅੱਖਾਂ ਦੋ ਮਿਲੀਆਂ ਨੇ, ਇਹਨਾਂ ਦੇ ਨਾਲ ਸਾਨੂੰ ਰਸਤਾ ਨਹੀਂ ਨਜ਼ਰ ਆਇਆ, ਤੇ ਫਿਰ ਅੰਨੇ ਹੀ ਅਖਵਾਵਾਂਗੇ। ਮੇਰਾ ਗੁਰੂ ਇਹ ਆਖਦਾ ਹੈ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ। ਉਹਨਾਂ ਨੂੰ ਅੰਨੇ ਨਾ ਆਖੋ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਅੰਧੇ ਉਹ ਨੇ ਜਿਨ੍ਹਾਂ ਨੂੰ ਅੱਖਾਂ ਹੋਣ ਦੇ ਬਾਵਜੂਦ ਨਜ਼ਰ ਨਹੀਂ ਆਉਂਦਾ। ਉਸ ਵਕਤ ਦੀ ਗਾਥਾ, ਜਦੋਂ ਮੁਸਲਮਾਨ ਆਪਣੇ ਧਰਮ ਤੇ ਕਾਇਮ ਨਹੀਂ, ਦੂਸਰਾ ਬ੍ਰਾਹਮਣ ਸਮਾਜ ਉਦੋਂ ਬਹੁਤ ਜ਼ਿਆਦਾ ਸੀ, ਆਪਣੇ ਅਸੂਲਾਂ ਤੇ ਕਾਇਮ ਨਹੀਂ। ਬਸ ਉਹਨਾਂ ਦਾ ਸਪੀੜਿਆ ਹੋਇਆ ਸਮਾਜ ਇਹਨਾਂ ਕੋ ਜ਼ਿਆਦਾ ਤੰਗ ਹੋ ਗਿਆ, ਤੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਸ੍ਰੀ ਸਾਹਿਬ ਭਗਉਤੀ ਬਖਸ਼ਿਸ਼ ਕਰਕੇ ਆਖਿਆ, ਮਜ਼ਲੂਮਾਂ ਦੀ ਰਾਖੀ ਵਾਸਤੇ ਉਠਾ ਲਿਓ ਜੀ। ਤੇ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੇ ਸਨ, ਜਿਹੜੇ ਸਾਰਿਆਂ ਦੇ ਭਲੇ ਦੀ ਹਿੱਤ ਦੀ ਗੱਲ ਕਰਦੇ ਸਨ, ਉਹਨਾਂ ਦੇ ਉਹ ਧਾਰਮਿਕ ਅਸਥਾਨਾਂ ਦੀ ਬੇਅਦਬੀ ਸ਼ੁਰੂ ਹੋਈ। ਮਸਾ ਰੰਗੜ ਆਇਆ, ਉਹਦਾ ਸਿਰ ਵੱਢਿਆ ਗਿਆ। ਉਹਦਾ ਬਦਲਾ ਲੈਣ ਵਾਸਤੇ ਨੂਰਦੀਨ ਸਰਦਾਰ ਮਹਿਤਾਬ ਸਿੰਘ ਦੇ ਪਿੰਡ ਮੀਰਾਂਕੋਟ ਨੂੰ ਘੇਰਾ ਪਾ ਕੇ ਬੈਠਾ ਹੈ। ਸਰਦਾਰ ਮਹਿਤਾਬ ਸਿੰਘ ਭੰਗੂ ਸਰਦਾਰ ਦਾ ਪਗਵਟ ਭਰਾ ਚੌਧਰੀ ਨੱਥਾ ਖਹਿਰਾ ਲੰਬੜਦਾਰ ਉਸ ਦੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਉਸ ਦੇ ਪੁੱਤਰ ਨੂੰ ਰਾਏ ਸਿੰਘ ਨੂੰ ਆਪਣੇ ਘਰ ਲੈ ਕੇ ਆਇਆ ਹੈ। ਬਾਹਰ ਨੂਰਦੀਨ ਘੇਰਾ ਪਾ ਕੇ ਬੈਠਾ ਹੈ। ਇੱਥੋਂ ਤੱਕ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਹੋ ਚੁੱਕੀ ਹੈ। ਅਗੇਰੇ ਚਲੀਏ, ਇੱਕ ਵਾਰ ਰਸਨਾ ਪਵਿੱਤਰ ਕਰਦਿਆਂ ਮੁਬਾਰਕ ਮੂੰਹ ਨੂੰ ਕਰਿਓ ਜੀ, ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਚੌਧਰੀ ਨੱਥਾ ਖਹਿਰਾ 1, ਉਹਦਾ ਭਣੇਵਾ 2, ਉਹਦਾ ਪੁੱਤਰ 3, ਇੱਕ ਉਹਨਾਂ ਦਾ ਘਰ ਵਿੱਚ ਕਾਮਾ ਰੱਖਿਆ ਹੋਇਆ, ਉਹਨਾਂ ਦਾ ਨੌਕਰ ਕਹਿ ਲੋ, ਕਿਉਂਕਿ ਰਿਸ਼ਤਾ ਬੜਾ ਪਿਆਰਾ ਜਿਹਾ ਹੈ ਉਹਨਾਂ ਵੇਲਿਆਂ ਦਾ, ਕਿ ਆਪਣੇ ਮਾਲਕ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਦੇ ਸਨ। ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੰਘ ਆਖਿਆ ਗਿਆ। ਇੱਕ ਸੁਨੇਹਾ ਪੱਤਾ ਦੇਣ ਵਾਲਾ ਬਰ ਵਾਲਾ ਉਹ ਵੀ ਨਾਲ ਆ ਗਿਆ ਹੈ, ਕਹਿੰਦਾ ਹੈ ਚੱਲਿਓ, ਮੈਨੂੰ ਵੀ ਨਾਲ ਲੈ ਚੱਲੋ, ਇਤਿਹਾਸ ਸਿਰਜਿਆ ਜਾਏਗਾ। ਜਦੋਂ ਇੰਨੀ ਗੱਲ ਉਹ ਰਾਏ ਸਿੰਘ ਨੂੰ ਨਾਲ ਲੈ ਕੇ ਪਿੰਡੋਂ ਦੌੜ ਗਏ ਨੇ, ਤੇ ਫਿਰ ਹੱਥ ਬੰਨ ਕੇ ਜੰਡਿਆਲੀਏ ਆਇਓ ਅਰਜ ਗੁਜ਼ਾਰੀ। ਕਹਿੰਦਾ ਨੱਥਾ ਚੌਧਰੀ ਕਰ ਗਿਆ ਗਦਾਰੀ, ਉਹਦੀ ਨਾਲ ਮਤਾਬ ਸਿੰਘ ਹੈ ਗੂੜੀ ਜਾਰੀ। ਨਸ ਗਿਆ ਲੈ ਕੇ ਬਾਲ ਨੂੰ ਡਰ ਲਾ ਸਰਕਾਰੀ, ਆਕੀ ਸਮਝੇ ਆਪ ਨੂੰ ਡਾਢਾ ਹੰਕਾਰੀ। ਉਹ ਕਦੋਂ ਕਿਸੇ ਦੀ ਮੰਨਦਾ ਨੱਥਾ ਸਰਦਾਰੀ। ਬਲਦੀ ਤੇ ਤੇਲ ਪਾਇਆ। ਹਰ ਭਗਤ ਨਰੰਜਨੀ ਜੰਡਿਆਲੇ ਵਾਲੇ ਨੇ ਆਖਿਆ, ਨੱਥਾ ਰਾਏ ਸਿੰਘ ਨੂੰ ਮਤਾਬ ਸਿੰਘ ਦੇ ਬੱਚੇ ਨੂੰ ਲੈ ਕੇ ਪਿੰਡੋਂ ਦੌੜ ਗਿਆ ਹੈ। ਖਬਰ ਮਿਲੀ, ਦੌੜ ਤਾਂ ਗਿਆ ਹੈ, ਪਰ ਉਹ ਘੋੜੀ ਤੇ ਨਹੀਂ, ਪੈਦਲ ਭੱਜਾ ਹੈ। ਤੇ ਪੈਦਲ ਭੱਜਾ ਜਾਂਦਾ ਹੋਇਆ ਕਿੰਨੀ ਕੁ ਦੂਰ ਭੱਜ ਕੇ ਨਿਕਲ ਜਾਏਗਾ। ਨੂਰਦੀਨ ਨੇ ਆਪਣੀ ਫੌਜ ਨੂੰ ਲਲਕਾਰਾ ਮਾਰ ਕੇ ਇਕੱਠੀ ਕਰਕੇ ਤਿਆਰ ਕਰ ਲਿਆ ਕਿ ਚੌਧਰੀ ਸਾਡਾ ਸ਼ਿਕਾਰ ਲੈ ਕੇ ਦੌੜ ਗਿਆ ਹੈ, ਬਹੁਤੀ ਦੂਰ ਨਹੀਂ ਨਿਕਲਿਆ ਹੋਵੇਗਾ। ਕਿਹੜੇ ਰਸਤੇ ਗਿਆ? ਕੰਬੋਆਂ ਦੇ ਰਸਤੇ ਗਿਆ ਹੈ। ਕੰਬੋਆਂ ਦੇ ਰਸਤੇ ਪਿੱਛੋਂ ਮਾਰ ਕੇ ਲਲਕਾਰੇ ਜੰਡਿਆਲੀਏ ਮੰਡਿਆਲੀਏ ਤੇ ਲਾਹੌਰੀਏ ਜਿਸ ਕਦਰ ਉਸ ਦਾ ਪਿੱਛਾ ਕਰਦੇ ਨੇ, ਉਸ ਵਕਤ ਦੀ ਵਾਰ ਢਾਡੀ ਕਲਾ ਦਾ ਪੱਕਾ ਰਗ 3 ਤਾਰ ਦੀ ਵਾਰ ਇਹਨੂੰ ਆਖਿਆ ਜਾਂਦਾ ਹੈ। ਬਹੁਤੇ ਲੋਕ ਇਸ ਨੂੰ 3 ਤਾਰ ਦਾ ਮਿਰਜ਼ਾ ਕਹਿੰਦੇ ਨੇ। ਸੁਣੀਏ ਢਾਡੀ ਜੱਥਾ ਕੁਝ ਹੈ, ਇਉਂ ਬੇਨਤੀ ਕਰਦਾ ਜੀ। ਅੱਗ ਸੁਣ ਕੇ ਲੱਗੀ ਫੌਜਦਾਰ
करदा ਜਿਹੜੇ ਪਾਸੇ ਨੂੰ ਨੱਥਾ ਚੌਧਰੀ ਦੌੜਿਆ ਸੁਣਿਆ ਉਹਦੇ ਪਿੱਛੇ ਸਾਰਿਆਂ ਨੇ ਫੌਜਾਂ ਦੌੜਾ ਦਿੱਤੀਆਂ ਨੇ। ਨੂਰਦੀਨ ਨੇ ਆਖਿਆ ਮਿੱਤਰੋ ਸਾਡੇ ਰਾਜ ਵਿੱਚ ਇਸ ਤਰ੍ਹਾਂ ਕਿਸੇ ਜੱਟ ਦੀ ਕਿਸੇ ਹਿੰਦੂ ਦੀ ਹਿੰਮਤ ਨਹੀਂ ਹੋਣੀ ਚਾਹੀਦੀ, ਸਾਨੂੰ ਵੰਗਾਰ ਕੇ ਚਲਾ ਜਾਵੇ, ਕਿਉਂਕਿ ਸਰਕਾਰਾਂ ਰਾਜ ਹੀ ਤਾਂ ਕਰ ਸਕਦੀਆਂ ਨੇ ਜੇਕਰ ਪ੍ਰਜਾ ਉੱਤੇ ਉਹਨਾਂ ਦਾ ਡਰ ਕਾਇਮ ਰਹੇ। ਜਿਸ ਦਿਨ ਪ੍ਰਜਾ ਤੋਂ ਮਨ ਦੇ ਉੱਪਰੋਂ ਡਰ ਲੈ ਗਿਆ ਤੇ ਸਮਝ ਲੈਣਾ ਬਗਾਵਤ ਖੜੀ ਹੋ ਜਾਂਦੀ ਹੈ ਤੇ ਸਲਤਨਤ ਤਬਾਹ ਹੋ ਜਾਇਆ ਕਰਦੀ ਹੈ। ਲਲਕਾਰੇ ਮਾਰਦੇ ਜੰਡੀਆਲੀਏ ਮੰਡੀਆਲੇ ਪਿੱਛੇ ਵਾਲੇ ਚੜੇ ਨੇ, ਅੱਗੇ ਅੱਗੇ ਦੌੜੇ ਜਾ ਰਹੇ ਸਨ 5 ਜਾਣੇ। ਨੱਥੇ ਦੇ ਕੰਧਾੜੇ ਚੜਿਆ ਹੋਇਆ ਰਾਏ ਸਿੰਘ ਸਰਦਾਰ ਮਹਿਤਾਬ ਸਿੰਘ ਸਾਹਿਬ ਜੀ ਦਾ ਪੁੱਤਰ ਭੱਜੇ ਜਾਂਦੇ ਘੋੜਿਆਂ ਦੇ ਅੱਗੇ ਅੱਗੇ ਕਿੰਨਾ ਕੁ ਲੰਬਾ ਭੱਜ ਸਕਦੇ ਸਨ। ਪਿੱਛੇ ਲਲਕਾਰਿਆਂ ਦੀ ਘੋੜੇ ਹਿਣਕਦਿਆਂ ਦੀ ਆਵਾਜ਼ ਧੂੜ ਉੱਡਦੀ ਚੌਧਰੀ ਨੱਥੇ ਖੈਰੇ ਨੇ ਵੇਖ ਲਈ। ਉਹਨੇ ਵੇਖਿਆ ਵੈਰੀ ਹੁਣ ਆ ਪਹੁੰਚੇ ਨੇ ਸਿਰ ਤੇ, ਜਦੋਂ ਅਗਾਹ ਭੱਜੀਏ ਤੇ ਭੱਜਿਆ ਨਹੀਂ ਜਾਏਗਾ, ਬਹੁਤੀ ਦੂਰ ਅਸੀਂ ਜਾ ਨਹੀਂ ਸਕਾਂਗੇ। ਉੱਥੇ ਇੱਕ ਉੱਚਾ ਟਿੱਬਾ ਮਲਾ ਵੇਖਿਆ ਗਿਆ, ਉਹਦਾ ਓਟ ਆਸਰਾ ਲੈਣ ਵਾਸਤੇ ਇਹ ਉੱਥੇ ਸਾਰੇ ਜਾਣੇ ਖਲੋ ਗਏ। ਅੱਜ ਵੀ ਉਸ ਥਾਂ ਤੇ ਗੁਰਦੁਆਰਾ ਸ੍ਰੀ ਮਲਾ ਸਾਹਿਬ ਬਣਿਆ ਹੋਇਆ ਹੈ। ਇਹਨਾਂ ਮਰਦਾਂ ਦੀ ਯਾਦ ਨੂੰ ਦਰਸਾਉਂਦਾ ਹੋਇਆ ਉਹ ਪਵਿੱਤਰ ਅਸਥਾਨ ਪਿੰਡ ਮੀਰਾਂਕੋਟ ਦੇ ਬਾਰ-ਬਾਰ ਕੰਬੋਆਂ ਦੇ ਰਸਤੇ ਤੇ। ਇਹ ਅੰਮ੍ਰਿਤਸਰ ਤੋਂ ਅਦਨਾਲੇ ਵਾਲੇ ਨੂੰ ਚਾਹੀਏ ਗੁਮਟਾਲੇ ਵਾਲੇ ਇਲਾਕੇ 'ਚ ਉੱਥੋਂ ਨਾਲ ਲੱਗਦਾ ਹੋਇਆ ਮੇਨ ਸੜਕ ਤੋਂ ਥੋੜਾ ਜਿਹਾ ਹਟ ਕੇ ਇਹ ਪਿੰਡ ਪੈਂਦਾ ਹੈ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦਾ ਭੰਗੂ ਸਰਦਾਰ ਜਿਨੇ ਸੁੱਖਾ ਸਿੰਘ ਕਲਸੀ ਕੰਬੋ ਕੀ ਮਾੜੀ ਵਾਲੇ ਦੇ ਨਾਲ ਰਲ ਕੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਦਾ ਬਦਲਾ ਲੈਣ ਵਾਸਤੇ ਫੌਜ ਪਿੱਛੇ ਚੜੀ ਕਿ ਉਹਦਾ ਪੁੱਤਰ ਮਾਰ ਦੇਣਾ। ਤੇ ਨੱਥੇ ਦੀ ਪੱਗ ਵਟਾਈ ਹੋਈ ਹੈ ਸਰਦਾਰ ਮਹਿਤਾਬ ਸਿੰਘ ਦੇ ਨਾਲ। ਕੁਝ ਸੰਗਤਾਂ ਨਵੀਆਂ ਹੋ ਜਾਂਦੀਆਂ ਨੇ, ਇਸ ਕਰਕੇ ਨਾਲ ਨਾਲ ਬੇਨਤੀ ਕੁਝ ਦੁਹਰਾ ਰਿਹਾ ਹਾਂ। ਤੇ ਆਪਣੇ ਪੱਗ ਵੱਟ ਭਰਾ ਦੀ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ, ਆਪਣੇ ਪੱਗ ਦੀ ਲਾਜ ਪਾਲਦਿਆਂ, ਪੱਗ ਦਾ ਮੁੱਲ ਅਦਾ ਕਰਦਿਆਂ ਚੌਧਰੀ ਨੱਥਾ ਖਹਿਰਾ ਉੱਥੇ ਰੁਕ ਗਿਆ। ਬਰਛੇ ਵਰਗਾ, ਬਰਛੇ ਜਿੱਡਾ ਜਵਾਨ ਉਹਦਾ ਆਪਣਾ ਪੁੱਤਰ ਹੈ, ਸੱਚਮੁੱਚ ਬੜਾ ਖੂਬਸੂਰਤ ਤੇ ਜਵਾਨੀ ਦੇ ਵਿੱਚ। ਉਸਨੇ ਰੁਕ ਕੇ ਆਖਿਆ ਪੁੱਤਰਾ ਪਿੱਛੇ ਫੌਜ ਚੜ ਆਈ ਹੈ, ਇਸ ਫੌਜ ਤੋਂ ਸਾਨੂੰ ਕੋਈ ਰਿਆਇਤ ਮਿਲ ਜਾਏ ਇਹਦੀ ਆਸ ਨਹੀਂ ਰੱਖਣੀ ਚਾਹੀਦੀ। ਜੇ ਅਸੀਂ ਰੁਕ ਗਏ ਤਾਂ ਉਹ ਸਾਡੇ ਨਾਲ ਕੁਝ ਭਲੀ ਗੁਜ਼ਾਰਨਗੇ ਜਾਂ ਕੁਝ ਰਿਆਇਤ ਕਰਨਗੇ, ਇਹ ਭੁਲੇਖਾ ਕੱਢਦੇ ਮਨ ਵਿੱਚੋਂ। ਨਿਸ਼ਚੈ ਹੀ ਅੱਜ ਮੁਕਾਬਲਾ ਹੋਵੇਗਾ ਤੇ ਆਰ ਪਾਰ ਦੀ ਲੜਾਈ ਲੜਦਿਆਂ ਜਾਨ ਕੁਰਬਾਨ ਹੋ ਜਾਏਗੀ। ਪਰ ਤੇਰੀ ਚੜ੍ਹਦੀ ਜਵਾਨੀ ਵੱਲੇ ਵੇਖ ਕੇ ਮੈਨੂੰ ਇੱਕ ਗੱਲ ਮੇਰੇ ਮਨ ਦੇ ਵਿੱਚ ਆ ਰਹੀ ਹੈ। ਮੈਂ ਦੁਨੀਆ ਤੇ ਬੜਾ ਕੁਝ ਵੇਖਿਆ, ਖਾ ਲਿਆ, ਹੰਢਾ ਲਿਆ, ਮੈਂ ਜ਼ਿੰਦਗੀ ਮਾਣ ਚੁੱਕਾ ਹਾਂ ਪੁੱਤਰਾ, ਪਰ ਤੇਰੀ ਅਜੇ ਜਵਾਨੀ ਹੈ। ਜੇਕਰ ਤੂੰ ਮੇਰੀ ਗੱਲ ਮੰਨੇ ਜਿਹੜੀ ਮੇਰੇ ਦਿਲ ਤੇ ਆ ਰਹੀ ਹੈ ਪੁੱਤਰਾ, ਰਾਏ ਸਿੰਘ ਨੂੰ ਚੁੱਕ ਕੰਧਾੜੇ ਤੇ ਜਿੰਨੀ ਦੂਰ ਤੂੰ ਮੇਰੀਆਂ ਅੱਖਾਂ ਤੋਂ ਪਾਸੇ ਨਹੀਂ ਹੋ ਜਾਂਦਾ ਤੇ ਆਹ ਪਿੱਛੇ ਚੜਿਆ ਵੈਰੀ ਮੈਂ ਨੇੜੇ ਤੱਕ ਨਹੀਂ ਟੁਕਣ ਦਿੰਦਾ। ਉਹਨਾਂ ਚਿਰ ਨੂੰ ਤੂੰ ਕਿਤੇ ਦੂਰ ਨਿਕਲ ਜਾਏਗਾ ਤੇ ਰਾਏ ਸਿੰਘ ਨੂੰ ਬਚਾ ਲਵੇਂਗਾ, ਕਿਉਂਕਿ ਤੇਰੇ ਅਜੇ ਜ਼ਿੰਦਗੀ ਹੰਡਾਉਣ ਦੇ ਦਿਨ ਨੇ। ਤੂੰ ਹੀ ਜ਼ਿੰਦਗੀ ਮਾਣ ਲਵੇਂਗਾ, ਜਵਾਨੀ ਹੰਡਾ ਲਵੇਂਗਾ, ਰਾਏ ਸਿੰਘ ਦੀ ਜਾਨ ਬਚ ਜਾਏਗੀ, ਮੇਰਾ ਧਰਮ ਪੂਰਾ ਹੋ ਜਾਏਗਾ, ਮੈਂ ਧਰਮ ਦੀ ਕਮਾਈ ਕਰ ਜਾਵਾਂਗਾ। ਤੇ ਮੈਂ ਇੱਥੇ ਇਸ ਦੁਸ਼ਮਣ ਨੂੰ ਲੜਦਿਆਂ ਹੋਇਆ ਜਿੰਨਾ ਚਿਰ ਤੱਕ ਮੇਰੇ ਸਰੀਰ ਅੰਦਰ ਇੱਕ ਆਖਰੀ ਸਵਾਸ ਵੀ ਹੋਇਆ ਤੇ ਮੈਂ ਇੱਕ ਵੀ ਜਰਮਾਨਾ ਅਗਾਹ ਨਹੀਂ ਜਾਣ ਦੇਵਾਂਗਾ, ਰੋਕ ਕੇ ਰੱਖਾਂਗਾ। ਮੈਂ ਇੱਥੇ ਲੜ ਕੇ ਸ਼ਹਾਦਤ ਦਾ ਜਾਮ ਪੀ ਜਾਵਾਂਗਾ। ਇੰਨੀ ਗੱਲ ਪਿਤਾ ਨੇ ਕਹਿ ਦਿੱਤੀ, ਪੁੱਤਰ ਨੇ ਸੁਣ ਲਈ। ਪੁੱਤਰ ਨੇ ਆਖਿਆ ਬਾਪੂ ਤੂੰ ਗੱਲ ਕਹਿ ਦਿੱਤੀ ਹੈ, ਪਿਆਰ ਨਾਲ ਮੈਂ ਸੁਣ ਲਈ ਹੈ, ਪਰ ਹੁਣ ਔਖੀ ਬਣੀ ਹੈ। ਉਸ ਪੁੱਤਰ ਦੇ ਜੰਮਣ ਖਣੋ ਕੀ ਥੋੜਿਆ ਜਿਹੜਾ ਇਹੋ ਜਿਹੀ ਵਿਪਤਾ ਚ ਆਪਣੇ ਬਾਪ ਨੂੰ ਛੱਡ ਕੇ ਜਵਾਨੀ ਮਾਣਦਾ ਫਿਰੇ। ਸੱਚ ਬੜੀ ਵੱਡੀ ਗੱਲ ਹੈ। ਜੇਕਰ ਪੁੱਤ ਆਪਣੇ ਬਾਪ ਦੇ ਸਾਹਮਣੇ ਖਲੋਤਾ ਹੋਇਆ, ਛਾਤੀ ਤੇ ਹੱਥ ਮਾਰ ਕੇ ਆਖੇ ਬਾਪੂ ਮੈਂ ਤੇਰੇ ਨਾਲ ਆ, ਤੇਰੇ ਤੋਂ ਪਹਿਲਾਂ ਅਗਾਹ ਹੋ ਕੇ ਤੇਰੇ ਸਾਹਮਣੇ ਢਾਲ ਬਣ ਕੇ ਚਟਾਨ ਵਾਂਗ ਖੜਾ ਹੈ, ਤੇ ਸੱਚ ਜਾਣਿਓ ਉਦੋਂ ਉਹ ਬਾਪ ਦਾ ਸੀਨਾ ਕਿਸੇ ਚਟਾਨ ਦੇ ਪਹਾੜ ਦੇ ਨਾਲੋਂ ਛੋਟਾ ਨਹੀਂ ਹੋਇਆ ਕਰਦਾ, ਉਦੋਂ ਵੀ ਵੱਡਾ ਹੋ ਜਾਇਆ ਕਰਦਾ। ਬੜਾ ਦੁੱਖ ਆਉਂਦਾ ਹੈ ਜਦੋਂ ਉਸ ਦੀ ਔਲਾਦ ਆਪਣੇ ਬਾਪੂ ਦੀ ਪੱਗ ਨੂੰ ਜਾਂ ਦਾੜੀ ਨੂੰ ਹੱਥ ਪਾ ਲਵੇ, ਆਪਣੇ ਬਾਪੂ ਨੂੰ ਕਹੇ ਬੁੱਢਿਆ ਬਹਿ ਜਾ ਚੁੱਪ ਕਰਕੇ, ਮਰ ਜਾ ਕਿਸੇ ਥਾਂ,
ਨਹੀਂ ਮਰਦਾ ਉਹ ਚੁੱਕ ਕੇ ਬਿਰਧ ਆਸ਼ਰਮ ਛੱਡ ਆਉਂਦਾ ਏ। ਮੁਆਫ ਕਰਨਾ ਮੈਨੂੰ, ਇਹ ਪੜ੍ਹੇ ਲਿਖਿਆਂ ਦੀ ਦੇਣ ਹੈ। 올ਡ ਏਜ ਹੋਮ, ਆ ਬਿਰਧ ਆਸ਼ਰਮ, ਇਹ ਪੜ੍ਹਿਆ ਲਿਖਿਆਂ ਦੀ ਦੇਣ ਹੈ। ਅਨਪੜ੍ਹਾਂ ਦਾ ਉੱਥੇ ਬੰਦਾ ਨਹੀਂ ਛੇਤੀ ਕੀਤਾ ਜਾਂਦਾ, ਨਾ ਹੀ ਅਨਪੜ੍ਹਾਂ ਨੇ ਉਹ ਬਣਾਏ ਆ। ਮੈਂ ਖੁਦ ਜਾ ਕੇ ਵੇਖਿਆ ਹੈ, ਮੈਂ ਇਸ ਗੱਲ ਦੀ ਤਸਦੀਕ ਕਰਦਾ। ਪੰਜਾਬ ਦੇ ਅੰਦਰ ਜਿਨ੍ਹਾਂ ਦੀ 20 30 40 ਹਜ਼ਾਰ ਪੈਨਸ਼ਨ ਆਉਂਦੀ ਹੈ, ਉਹ ਬਿਰਧ ਆਸ਼ਰਮ ਚ ਰੋਲਦੇ ਪਏ ਨੇ। ਉਦਾਂ ਜੀ ਪੜ੍ਹਿਆ ਲਿਖਿਆ ਜਮਾਨਾ, ਕਾਹਦਾ ਪੜ੍ਹਿਆ ਲਿਖਿਆ ਜਮਾਨਾ? ਮਾਂ ਬਾਪ ਦੀ ਇੱਜ਼ਤ ਰੋਲ ਕੇ ਮਾਂ ਬਾਪ ਬੁੱਢੇ ਉੱਥੇ ਬਿਰਧ ਆਸ਼ਰਮ ਚ ਧੱਕੇ ਖਾਂਦੇ ਹੋਣ। ਸ਼ਰਮ ਆਉਂਦੀ ਹੈ ਇਸ ਪੜ੍ਹੇ ਲਿਖੇ ਯੁੱਗ ਨੂੰ ਵੇਖ ਕੇ। ਮਾਂ ਬਾਪ ਦੀ ਇੱਜ਼ਤ ਪੈਰਾਂ 'ਚ, ਮਾਂ ਬਾਪ ਨੂੰ ਬੁੱਢਿਆ ਬੁੱਢੀ ਕਹਿ ਕੇ ਘਰੋਂ ਧੱਕ ਦੇਣਾ। ਹਜ਼ਾਰਾਂ ਖਬਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋ, ਕਿਸੇ ਨੇ ਮਾਂ ਘਰੋਂ ਕੱਢ ਦਿੱਤੀ ਹੈ, ਕਿਸੇ ਨੇ ਪਿਓ ਘਰੋਂ ਕੱਢਿਆ। ਆ ਪਿੱਛੇ ਜੇ ਇੱਕ ਖਬਰ ਚੱਲੀ, ਉਹਦੀ ਕੋਈ ਧੀ ਪੋਤੀ, ਜੱਜ ਬੜੇ ਬੜੇ ਅਫਸਰ ਸਨ, ਉਹਨਾਂ ਦੀ ਮਾਂ ਕੀੜੇ ਪੈ ਕੇ ਮਰ ਗਈ, ਬਾਹਰ ਫੁੱਟਪਾਥ ਤੇ ਸੁੱਤੀ। ਇਹ ਸਾਰਿਆਂ ਨੂੰ ਖਬਰ ਪਤਾ ਹੈ। ਤੇ ਚੱਪਣੀ 'ਚ ਨੱਕ ਡੋਬ ਕੇ ਔਲਾਦ ਮਰ ਨਹੀਂ ਜਾਂਦੀ। ਜਿਹੜੇ ਮਾਂ ਬਾਪ ਨੇ ਇਹਨੇ ਜਫਰ ਜ਼ਾਲ ਕੇ ਪੜਾਇਆ ਲਿਖਾਇਆ, ਐਡਾ ਆਫੀਸਰ ਬਣਾਇਆ, ਤੇ ਅੱਜ ਉਹ ਮਾਂ ਬਾਪ ਬੁੱਢਾ ਠੇਰਾ ਬੋਲਾ ਬੁੱਢੜਾ ਨਜ਼ਰ ਆਉਂਦਾ। ਜੇਕਰ ਮਾਂ ਦੀ, ਚਲੋ ਮੰਨ ਲਿਆ ਬਿਰਧ ਹੈ, ਸਰੀਰ ਕੋਈ ਕਿਰਿਆ ਨਹੀਂ ਕਰ ਸਕੇ, ਕੋਈ ਉਹਨਾਂ ਦਾ ਮਲ ਮੂਤਰ ਬਿਸਤਰੇ ਤੇ ਹੋ ਗਿਆ, ਤੇ ਕੀ ਗੱਲ ਸਾਡਾ ਮਲ ਮੂਤਰ ਸਾਡੇ ਮਾਂ ਬਾਪ ਨੇ ਸਾਫ਼ ਨਹੀਂ ਕੀਤਾ? ਕੀ ਸਾਡੀ ਮਾਂ ਬਾਪ ਨੇ ਸਾਡੇ ਟੱਟੀ ਪਿਸ਼ਾਬ ਤੋਂ ਨਫ਼ਰਤ ਕੀਤੀ? ਜਿਹੜਾ ਮਲ ਮੂਤਰ ਸਾਡੀ ਮਾਂ ਨੇ ਸਾਫ਼ ਕੀਤਾ, ਉਹਦਾ ਕਰਜ਼ਾ ਕਿੱਥੇ ਮੋੜਿਆ? ਉਹਨੂੰ ਮੁਸ਼ਕ ਨਹੀਂ ਆਇਆ? ਉਹਨੂੰ ਗਿੱਲਾ ਬਿਸਤਰਾ ਨਜ਼ਰ ਨਹੀਂ ਆਇਆ? ਉਹਨੇ ਸੁੱਕੇ ਤੇ ਪਾ ਕੇ ਪਾਇਆ। ਹਰ ਮਾਂ ਨੇ ਐਸਾ ਆਪਣੀ ਔਲਾਦ ਤੇ ਪਰਉਪਕਾਰ ਕੀਤਾ। ਕੱਲਾ ਮੇਰੇ ਪਰੌਲਾ ਪਾਉਣ ਦੇ ਨਾਲ ਗੱਲ ਨਹੀਂ ਬਣਦੀ, ਇਹ ਸਭ ਨੂੰ ਪਤਾ ਹੈ। ਸਾਰੀ ਹਰ ਸੰਸਾਰ ਦੀ ਮਾਂ ਨੇ ਆਪਣੇ ਧੀਆਂ ਪੁੱਤਾਂ ਵਾਸਤੇ ਜਫਰ ਜ਼ਾਲੇ ਆ, ਦੁੱਖ ਹੰਢਾਏ ਆ। ਹਰ ਬਾਪ ਨੇ, ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਆ। ਖੁਦ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਆ ਤੁਹਾਡਾ ਕੋਈ, ਸਾਨੂੰ ਕੋਈ ਕਿਸੇ ਗੁਰਦੁਆਰੇ ਕੋਈ ਤਨਖਾਹ ਥੋੜੀ ਮਿਲਦੀ ਹੈ। ਆ ਪਾਈ ਰੁਪਈਆ ਜਿਹੜਾ ਡਾਲਰ ਤੁਸੀਂ ਦਿੰਦੇ, ਇਹਦੇ ਨਾਲ ਸਾਡੇ ਘਰ ਬਲਦੇ ਨੇ, ਸਾਡੇ ਘਰ 'ਚ ਚੁੱਲ੍ਹੇ ਬਲਦੇ ਤੁਹਾਡੇ ਦਿੱਤੀ ਮਾਇਆ ਦੇ ਨਾਲ। ਤੇ ਇਹ ਅਸੀਂ ਕਿਵੇਂ ਸੰਕੋਚ ਕੇ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਂਦੇ? ਹੁਣ ਗਾਂ ਮੇਰਾ ਪੁੱਤ ਆਖੇ ਦਾੜੀ ਬਾਪੂ ਮੇਰੇ ਲਈ ਕੀਤਾ ਕੀ ਹੈ? ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੁਆਫ ਕਰਨਾ, ਮੈਂ ਐਵੇਂ ਜਜ਼ਬਾਤੀ ਹੋ ਕੇ ਤੁਹਾਡੇ ਨਾਲ ਗੱਲਾਂ ਕਰ ਲੀਆਂ, ਪਰ ਹਰ ਬਾਪ ਦੀ ਸਦਰ ਹੈ, ਉਹਦਾ ਪੁੱਤ ਮੈਨੂੰ ਆਖੇ ਬਾਪੂ ਘਬਰਾਵੀਂ ਨਾਲ, ਮੈਂ ਤੇਰੇ ਨਾਲ ਹਾਂ। ਤੇ ਜੇਕਰ ਇਤਿਹਾਸ ਦੇ ਪੰਨਿਆਂ ਚੋਂ ਕੁਝ ਸਿੱਖਿਆ ਨਾ, ਤੇ ਮੇਰਾ ਕਿਹਾ ਵੀ ਵਿਅਰਥ ਤੇ ਤੁਹਾਡਾ ਸੁਣਿਆ ਵੀ ਵਿਅਰਥ। ਆਹ ਚੌਧਰੀ ਨੱਥਾ ਖਹਿਰਾ ਇੱਕ ਮਰਦ ਹੈ, ਮਰਦ ਦਾ ਪੁੱਤਰ ਮਰਦ ਦੇ ਸਾਹਮਣੇ ਖਲੋਤਾ ਹੈ। ਉਸਨੇ ਆਖਿਆ ਬਾਪੂ ਆ ਮੈਂ ਤੈਨੂੰ ਦੱਸਾਂ ਕਿ ਇਹੋ ਜੀ ਭੀੜ ਬਣੀ, ਤੇ ਜੇ ਮੈਂ ਤੇਰਾ ਸਾਥ ਛੱਡ ਗਿਆ ਤੇ ਮੈਂ ਕਿਹੋ ਜਿਹਾ ਨਹੀਂ ਰਵਾਂਗਾ। ਕੀ ਆਖਿਆ ਪੁੱਤਰ ਨੇ ਬਾਪ ਨੂੰ? ਸੁਣੀਏ ਢਾਡੀ ਜੱਥਾ ਕਿਉਂ ਕਹਿੰਦਾ ਜੀ।
अज छड़ जावा मथियों लहे कलंक ना, लख तीर्थ नावा लिख ला विच कपुत्रा, आप हाथी नावा नरकां विच नहीं चलना, की मुंह लावा केड़ा मुंह लैके जाऊंगा। जे अज इस औखी समय बिपता समय बापू जे मैं तैनू छड़ गया, मैनू नरकां विच भी थां नहीं मिलनी। बापू तेरा पुत हां, तेरे नालों पहलों होके मरांगा, तेरे वाल आवे दुश्मन दा तीर, तेरा पुत्र उसनू अपनी छाती विच रोकेगा। बापू मैं तेरे नाल धर्म दी बाजी खेडन वास्ते तैयार खड़ोता। मैनू ओ जवानी दख नहीं देंदी, मैनू बापू तेरी शाह प्यारी है। अज तू धर्म निभाउणा सिखाया, अज मौका बनया तो मैनू मेरे धर्म दी थां दे दे। पहाड़ जिड्डा चौड़ा होके नथे ने आख्या, पुत्रा अज एक जिंदगी च वखरे आनंद दे नाल तेन मैं गले लाउणा, घुट के छाती नाल आया। नथे ने अपने पुत्र नू आख्या, मत्था चुम के पुत दा नथा कहन लगा, पुत्रा अज मैं सपुता होया, अज मैं भागवान होया कि मैनू वाहिगुरू ने तेरे वर्गा पुत बख्शिश कीता है। सदके उस पुत्र दे ते सदके उस बाप दे जेड़े धर्म दी बाजी खेडन वास्ते तैयार बर तैयार हो गए। नथे ने गोडा मूधा मार के उत्थे ही मले दा एक वट दा आसरा ले लिया। वो थोड़ा जा टिब्बा जा उच्चा जा सी, ओदे खब्बे पासे ओदा भणेवा ते मजबी सिंह बह गए, दूजे पासे बरवाला ते ओदा पुत्र बैठ गए, ते आप विचकार नथा अपनी पोजीशन मल के बैठ गया। हुण याद रखना, यह जेड़ी पहलों तीरां दी जंग है केवल ते केवल नथे दे विच होई है। इहदे कोल कल्ले कोल ही तीर ने ते कल्ला ही चलाउणे जानदा है। दूजे नाल केवल ते केवल इहदे नाल मरण आए ने, अपना धर्म निभाउण वास्ते आए ने। जदों इन्हां ने आ बिल्कुल अपनी थां मल लई ते उधरों वैरी ललकारे मारदा चढ़िया, इधरों आओ तकीए चौधरी लंबड़दार नथा खैरा अपने शस्त्रां नूं नुहारदा होया तैयारी किवें करदा। उस तैयारी दा जिक्र ढाडी जत्था इन्हां शब्दां राहीं कुछ है क्यों कहंदा जी। Oh
ਸੁਣਾ ਕਹਿੰਦੇ ਪਾਲੇ ਬਾਸ਼ਕੀ ਉੱਟਣੇ ਕਹਿੰਦੇ ਪਾਲੇ ਬਾਸ਼ਕੀ ਉੱਟਣੇ ਤੇ ਲੱਭੀ ਯਾਰ ਪਿਆ ਕਹਿੰਦੇ ਮਤ ਨਾ ਮੰਨਣ ਗੋਰਖਾ ਗੋਰਖਾ ਤੇ ਤੰਦ ਨਾ ਜਾਣਨ ਕਾ ਕਹਿੰਦੇ ਕੀ ਨਾ ਸਕਣ ਮਾਂਦਰੀ ਕਹਿੰਦੇ ਕੀ ਨਾ ਸਕਣ ਮਾਂਦਰੀ ਤੇ ਗੁੱਗੇ ਲੱਖ ਮਣਾ ਕਹਿੰਦੇ ਸਦਾ ਪਿਆਸੇ ਰਾਤ ਦੇ ਰਹਿੰਦੇ ਸਹਿਜ ਸੁਭਾ ਕਹਿੰਦੇ ਸੂਰਮਿਆਂ ਨਾਲ ਖੇਡਦੇ ਕਹਿੰਦੇ ਸੂਰਮਿਆਂ ਨਾਲ ਖੇਡਦੇ ਤੇ ਖੂਨੀ ਛਿੰਜਾ ਪਾ ਕਹਿੰਦੇ ਸੱਤ ਸੱਤ ਤਵੀਆਂ ਚੀਰ ਕੇ ਚੀਰ ਕੇ ਤੇ ਹਿੱਕੀ ਦੱਸਦੇ ਜਾ ਕਹਿੰਦੇ ਜੂਸ ਵਜਈਆਂ ਸੂਰਤਾਂ ਹਾਂ ਕਹਿੰਦੇ ਜੂਸ ਵਜਈਆਂ ਸੂਰਤਾਂ ਹਾਂ ਗੁਰਾਂ ਦੀਆਂ ਸੰਗਤਾਂ ਕਹਿੰਦੇ ਜੂਸ ਵਜਈਆਂ ਸੂਰਤਾਂ ਤੇ ਪਲਜ ਦੇਣ ਮਿਟਾ ਛੱਡ ਕੇ ਖੁੱਲੀਆਂ ਕਹਿੰਦੇ ਡੋਰਾ ਛੱਡ ਕੇ ਖੁੱਲੀਆਂ ਤੇ ਦੇਣੇ ਅੱਜ ਉਡਾ ਕਹਿੰਦੇ ਸੀਤਲ ਅੱਜ ਮੈਂ ਪਰਖਣੇ ਕਹਿੰਦੇ ਸੀਤਲ ਅੱਜ ਮੈਂ ਪਰਖਣੇ ਪੂਰੇ ਕਰਨੇ ਜਾ ਕਹਿੰਦੇ ਸੀਤਲ ਅੱਜ ਮੈਂ ਪਰਖਣੇ ਸੂਰਮਾ ਰਣ ਮੈਦਾਨ ਅੰਦਰ ਪਹੁੰਚ ਕੇ ਆਪਣੇ ਹਥਿਆਰਾਂ ਸ਼ਸਤਰਾਂ ਦੇ ਨਾਲ ਕੁਝ ਗੱਲਾਂ ਕਰਦਾ ਉਹਨਾਂ ਨੂੰ ਨਿਹਾਰਦਾ ਆਪਣੇ ਕਮਾਨ ਦੀ ਤੰਦੀ ਨੂੰ ਜੋ ਕੇ ਵੇਖਦਾ ਹੈ। ਹਰ ਮਰਦ ਦਾ ਫਰਜ਼ ਬਣਦਾ ਹੈ ਕਿ ਸ਼ਸਤਰ ਚੁੱਕਣ ਤੋਂ ਪਹਿਲਾਂ ਜ਼ਰਾ ਕੋ ਨੂੰ ਆਪਣੇ ਹੱਥਾਂ ਦੇ ਵਿੱਚ ਤੋਲ ਕੇ ਵੇਖ ਲਵੇ ਇਹਦੇ ਵਿੱਚ ਜਾਨ ਹੈ ਕਿਤੇ ਹਥਿਆਰ ਧੋਖਾ ਤਾਂ ਨਹੀਂ ਦੇ ਸਕਦਾ। ਨੱਥਾ ਖਹਿਰਾ ਚੌਧਰੀ ਆਪਣੇ ਸ਼ਸਤਰਾਂ ਨੂੰ ਨਿਹਾਰਦਾ ਹੈ। ਸੀਤਲ ਸਾਹਿਬ ਲਿਖਦੇ ਨੇ ਵੀ ਉਹ ਕਹਿੰਦਾ ਵੀ ਅੱਜ ਮੈਂ ਖੁੱਲੀਆਂ ਡੋਰਾਂ ਛੱਡ ਕੇ ਬਿਨਾਂ ਖੰਭਾਂ ਤੋਂ ਉਡਾਉਣੇ ਆ। ਬੜੀਆਂ ਉਦਾਹਰਨਾਂ ਦਿੱਤੀਆਂ ਨੇ ਸੀਤਲ ਸਾਹਿਬ ਨੇ ਇਸ ਵਾਰ ਨੂੰ ਲਿਖਦੇ ਹੋਇਆ। ਸਮਾਂ ਕੇਵਲ 1 ਮਿੰਟ ਬਾਕੀ ਬਚਿਆ ਹੈ। ਬਹੁਤੀਆਂ ਗੱਲਾਂ ਕਰ ਨਹੀਂ ਸਕਦਾ, ਇਸ ਦੀ ਵਿਆਖਿਆ ਵੀ ਪੂਰੀ ਨਹੀਂ ਕਰ ਸਕਾਂਗਾ ਕਿਉਂਕਿ ਮਰਦਾਂ ਦੀ ਬਾਤ ਹੈ। ਮਰਦਾਂ ਦੀ ਵਾਰ ਗਾਉਣੀ ਮਰਦਾਂ ਦਾ ਕੰਮ ਹੈ ਤੇ ਮਰਦਾਂ ਦੀ ਵਾਰ ਸੁਣਨੀ ਵੀ ਮਰਦਾਂ ਦਾ ਕੰਮ ਹੈ। ਇਹ ਕਿਸੇ ਕਮਜ਼ੋਰ ਦਿਲ ਦੇ ਵਾਸਤੇ ਵਾਰ ਨਹੀਂ ਤੇ ਨਾ ਹੀ ਕਮਜ਼ੋਰ ਦਿਲ ਵਾਲੇ ਇਸ ਨੂੰ ਸੁਣ ਕੇ ਬਰਦਾਸ਼ਤ ਕਰਦੇ ਨੇ। ਉਹ ਕਹਿੰਦੇ ਨੇ ਜੀ ਉੱਚੀ ਬੜੀ ਗਾਉਂਦੇ ਨੇ, ਕੰਨ ਪਾੜਦੇ ਨੇ, ਦਿਲ ਧੜਕਦਾ ਹੈ ਤੇ ਕਮਜ਼ੋਰਾਂ ਦਾ ਧੜਕਦਾ ਹੈ ਕਿਉਂਕਿ ਮਰਦਾਂ ਦਾ ਕੰਮ ਜੋ ਹੈ ਵਾਰ ਗਾਉਣੀ ਤੇ ਸੁਣਨੀ। ਗੁਰਬਾਣੀ ਅੰਦਰ ਦਰਜ ਹੈ ਉੱਚੇ ਕੂਕੇ ਵਾਦਾਂ ਗਾਵੇ ਜੋਧਾ ਕਾ ਵਿਚਾਰ। ਸਤਿਗੁਰੂ ਜੀ ਨੇ ਵਾਰ ਬਖਸ਼ਿਆ ਹੈ, ਵਾਰ ਗਾਈ ਜਾਂਦੀ ਹੈ, ਵਾਰ ਕੀਤਾ ਜਾਂਦਾ, ਵਾਰ ਖਾਧਾ ਜਾਂਦਾ, ਵਾਰ ਝੱਲਿਆ ਜਾਂਦਾ, ਵਾਰ ਹੀ ਕੀਤੇ ਜਾਂਦੇ ਨੇ। ਵਾਰ ਦਾ ਮਤਲਬ ਵਾਰ ਕਰਨੀ ਹੈ। ਵਾਰ ਦਾ ਮਤਲਬ ਵਾਰ ਤਾਂ ਵੀ ਹੋਇਆ ਕਰਦਾ ਜੇਕਰ ਵਾਰਾਂ ਗਾਉਣ ਦਾ ਰਿਵਾਜ ਰਹਿੰਦਾ ਤੇ ਵਾਰਾਂ ਦੁਹਰਾਉਣ ਦਾ ਵਾਰ ਕਰਨ ਦੇ ਵੀ ਜਾਚ ਆਉਂਦੀ ਰਹਿੰਦੀ। ਜਿਉਂ-ਜਿਉਂ ਅਸੀਂ ਵਾਰ ਸੁਣਨੀ ਘਟ ਕਰ ਗਏ, ਵਾਰ ਗਾਉਣ ਤੋਂ ਪਾਸਾ ਵੱਟ ਗਏ ਤੇ ਫਿਰ ਵਾਰ ਕਰਨ ਦੀ ਥਾਂ ਤੇ ਸਾਡੇ ਤੇ ਵਾਰ ਹੋਣੇ ਸ਼ੁਰੂ ਹੋ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਢਾਡੀ ਕਲਾ ਵਿੱਚ ਜਾਨ ਪਾ ਕੇ, ਬਖਸ਼ਿਸ਼ ਪਾ ਕੇ ਇਸ ਨੂੰ ਆਪਣੇ ਚਰਨ ਵਿੱਚ ਥਾਂ ਦਿੱਤੀ ਸੀ। ਖੈਰ ਗੁਰੂ ਚੜ੍ਹਦੀ ਕਲਾ ਕਰੇ। ਮੈਂ ਅੱਜ ਬੇਨਤੀ ਜੋ ਖਾਸ ਕੀਤੀ ਹੈ ਇਸ ਮਕਸਦ ਦੇ ਨਾਲ ਕਿ ਹਰ ਇਤਿਹਾਸ ਆਪਣੀ ਸਿੱਖਿਆ ਛੱਡਦਾ ਹੈ, ਸਿੱਖਿਆ ਦਿੰਦਾ ਹੈ। ਹਰ ਇਤਿਹਾਸ ਦਾ ਪੰਨਾ ਸਿੱਖਿਆਦਾਇਕ ਹੈ। ਅੱਜ ਦੇ
ਸਿਲੇਬਸ ਦੇ ਵਿੱਚੋਂ ਜੇਕਰ ਇਹੋ ਕੁਝ ਸਿੱਖ ਲਈਏ, ਚੌਧਰੀ ਨੱਥਾ ਖਹਿਰਾ ਆਪਣੇ ਪੁੱਤਰ ਨੂੰ ਕਹਿੰਦਾ ਪੁੱਤਰਾ ਜਵਾਨੀਆਂ ਮਾਣ ਤੇ ਤੂੰ ਰਾਏ ਸਿੰਘ ਨੂੰ ਲੈ ਕੇ ਨਿਕਲ ਜਾ। ਹਾਲਾਂਕਿ ਮਸਲਾ ਸਿਰਫ ਰਾਏ ਸਿੰਘ ਦੀ ਜਾਨ ਬਚਾਉਣ ਦਾ ਸੀ, ਆਪਣੀ ਜਾਨ ਦੇਣ ਦਾ ਨਹੀਂ ਸੀ। ਰਾਏ ਸਿੰਘ ਦੀ ਜਾਨ ਨੂੰ ਬਚਾਉਂਦੇ ਹੋਏ ਆਪਣੀ ਜਾਨ ਲੇਖੇ ਲੱਗਦੀ ਹੈ ਤੇ ਲਾ ਦੇਣੀ ਹੈ। ਇਸ ਪ੍ਰਥਾਏ ਉੱਥੇ ਵਿਚਾਰ ਸੀ। ਜੇਕਰ ਪਿਤਾ ਦੀ ਗੱਲ ਮੰਨ ਕੇ ਚੌਧਰੀ ਨੱਥੇ ਖਹਿਰੇ ਦਾ ਪੁੱਤਰ ਰਾਏ ਸਿੰਘ ਨੂੰ ਲੈ ਕੇ ਦੌੜ ਜਾਂਦਾ ਤੇ ਤਾਂ ਵੀ ਪੱਖ ਵਡਿਆਈ ਵਾਲਾ ਹੀ ਰਹਿਣਾ ਸੀ, ਪਿੱਠ ਵਾਲਾ ਨਹੀਂ। ਪਰ ਉਸ ਮਰਦ ਨੇ ਆਖਿਆ ਰਾਏ ਸਿੰਘ ਦਾ ਅਕਾਲ ਪੁਰਖ ਰਾਖਾ ਬਾਪੂ, ਮੈਂ ਤੇਰੇ ਤੋਂ ਪਹਿਲਾਂ ਹੋ ਕੇ ਅੱਗੇ ਹੋ ਕੇ ਲੜ ਕੇ ਮਰ ਕੇ ਵੇਖਣਾ ਚਾਹੁੰਦਾ ਹਾਂ। ਤੂੰ ਸ਼ਹੀਦੀ ਬਾਟਾ ਛਕੇ ਪੁੱਤ ਰਹਿ ਜਾਏ। ਨਾਲੇ ਇਸ ਬਿਪਤਾ ਦੇ ਸਮੇਂ ਕਦੇ ਲਾਇਕ ਪੁੱਤਰ ਸਾਥ ਨਹੀਂ ਛੱਡਿਆ ਕਰਦੇ। ਜੇਕਰ ਇਸ ਇਤਿਹਾਸ ਵਿੱਚ ਇਹੋ ਹੀ ਸਿੱਖ ਲਈਏ ਕਿ ਵੱਡਿਆਂ ਦੀ ਕਦਰ ਕਰੀਏ, ਮਾਂ-ਬਾਪ ਦਾ ਸਤਿਕਾਰ ਕਰੀਏ, ਮੇਰਾ ਖਿਆਲ ਹੈ ਕਿ ਕਿਹਾ ਸੁਣਿਆ ਸਫਲ ਹੋ ਜਾਏਗਾ। ਹੋਈਆਂ ਬੇਅੰਤ ਭੁੱਲਾਂ ਦੀ ਖੇਮਾ। ਸਭ ਦਾ ਧੰਨਵਾਦ, ਘਰਾਂ ਵਿੱਚ ਬੈਠੀ ਗੁਰੂ ਕੀ ਸੰਗਤ ਦਾ ਧੰਨਵਾਦ, ਜਿਹੜੇ ਆਣ ਕੇ ਮਿਲਦੇ ਨੇ, ਪਿਆਰ ਬਖਸ਼ਿਸ਼ ਕਰਦੇ ਨੇ, ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ। ਅਰਦਾਸ ਕਰਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ, ਚੜ੍ਹਦੀਆਂ ਕਲਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਣ, ਭੁੱਲਾਂ ਦੀ ਖੇਮਾ ਨਜ਼ਰ ਅੰਦਾਜ਼ ਕਰ ਦਿਓ। ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।